जमात 10वीं ਸਾਹਿਤਕ ਕਿਰਨਾਂ ਭਾਗ 2 ਮਾਣ ਪੰਜਾਬੀ ਦਾ ਕੁਲਵੰਤ ਸਿੰਘ ਰਫੀਕ। ਸਿਲੇਬਸ ਤੋਂ ਸੰਬੰਧਿਤ ਹੋਰ ਵੀਡੀਓਜ਼ ਪ੍ਰਾਪਤ ਕਰਨ ਲਈ ਸਾਡਾ ਚੈਨਲ ਉਮੀਦ ਸਿੰਘ's ਈ ਪੰਜਾਬੀ ਪਾਠਸ਼ਾਲਾ ਸਬਸਕ੍ਰਾइब करो। सत श्री अकाल जी। ई पंजाबी पाठशाला विच मैं उम्मीद सिंह एक बार फिर तुहाडा स्वागत करदा हां। इस सैशन विच असी 10वीं जमात की पाठ पुस्तक ਸਾਹਿਤਕ किरना भाग 2 विच दर्ज कविता माण पंजाबी दा बारे चर्चा करांगे। असी कविता पाठ करांगे, उसकी व्याख्या करांगे ते अंत विच अभ्यास दे प्रश्न हल करांगे। इस कविता दे कवि हन कुलवंत सिंह रफीक। इस कविता विच कवि ने पंजाबी मां बोली नूं इस दा बनदा मान सन्मान देण दी हिमायत की है। कवि दसदा है कि पंजाबी एक अमीर विरसे वाली बोली है। साडे गुरुआं, सूफियां, भगतां ने भी इस बोली नूं सन्मान दिता है। कवि दुख प्रगट करता है कि असी पंजाबी दूजियां भाषावां नूं, हिंदी अंग्रेजी भाषावां नूं तरजीह दिंदे हां अते इस नूं अपनाउण विच शर्म महसूस करते हां। तो आओ पहले कविता पाठ करते हाँ, फिर उसकी व्याख्या देखा। कवि कहता है कि रोम रोम चौ करिए ओ सन्मान पंजाबी दा, जर्रा जर्रा कै उठे सानू मान पंजाबी दा, जर्रा जर्रा कै उठे सानू मान पंजाबी दा। कहते हैं कि इस बोली विच मां वर्गी ममता दी बख्शिश है, तपदे हिरदे ठारण वाली जो कोई बारिश है। रब्बी उस्तत वांगू है गुणगान पंजाबी दा, जर्रा जर्रा कै उठे सानू मान पंजाबी दा। अगे कहते हैं कि गुरुआं दी किरपा पातर संगी गुरबाणी दी, सूफियां ने भी इस दी खुशबू रज रज माणी सी। भगतां ने भी कीता है शुकरान पंजाबी दा, जर्रा जर्रा कै उठे सानू मान पंजाबी दा। अगे कहते हैं कि पंज दरियावां दी लहरां दी ए कहानी है, ताइयों किस्से कारां दी ये दिल दी रानी है। पीलू वारस हाशम करन बखान पंजाबी दा, जर्रा जर्रा कै उठे सानू मान पंजाबी दा। अगे है कि है अफसोस जो इस बोली तो रोटी खांदे ने, ओयो अपने घरां च इंग्लिश बोली जांदे ने। ना शुक्रे जो नहीं मनदे एहसान पंजाबी दा, जर्रा जर्रा कै उठे सानू मान पंजाबी दा। अगे है कि हर दफ्तर विच इस नू कदे ना इज्जत मिलदी है, इस राणी नू अपने घर ही जिल्लत मिलदी है। कद कुर्सी चो गूंजेगा फरमान पंजाबी दा, जर्रा जर्रा कै उठे सानू मान पंजाबी दा। अगे है कि बेगानी अंग्रेजी नू असी जफियां पाउंदे हां, हिंदी मासी नू भी चुक चुक सीस नवाउंदे हां। मारुल दी पत करदा ना कोई ध्यान पंजाबी दा, जर्रा जर्रा कै उठे सानू मान पंजाबी दा। अगे है कि घर तां मां दे नाल ही सोना सोना लगदा है, मासी भी जे नाल होवे तां होर भी फबदा है। शाला वसदा रवे हमेश जहान पंजाबी दा,
ਜ਼ਰਾ ਜ਼ਰਾ ਕਹਿ ਉਠੇ ਸਾਨੂੰ ਮਾਣ ਪੰਜਾਬੀ ਦਾ। ਅੱਗੇ ਹੈ ਕਿ ਕੁੱਲ ਦੁਨੀਆ ਵਿੱਚ ਇਸ ਬੋਲੀ ਦੀ ਖੁਸ਼ਬੂ ਫੈਲੀ ਹੈ। ਉਜਲੀ ਲਿਸ਼ਕੀ ਲਿੰਬੀ ਪੋਚੀ ਰਤਾ ਨ ਮੈਲੀ ਹੈ। ਪਦਮ ਸ਼੍ਰੀ ਪਾਤਰ ਹੈ ਕਵੀ ਮਹਾਨ ਪੰਜਾਬੀ ਦਾ। ਜ਼ਰਾ ਜ਼ਰਾ ਕਹਿ ਉਠੇ ਸਾਨੂੰ ਮਾਣ ਪੰਜਾਬੀ ਦਾ। ਅੱਗੇ ਕਹਿੰਦੇ ਹਨ ਕਿ ਹਰ ਇੱਕ ਸੁਖ ਪੰਜਾਬ ਦੀ ਧਰਤੀ ਤੋਂ ਜੋ ਪਾਉਂਦੇ ਨੇ। ਮਾਂ ਬੋਲੀ ਲਿਖਵਾਵਣ ਵੇਲੇ ਕਿਉਂ ਘਬਰਾਉਂਦੇ ਨੇ। ਸਭ ਤੋਂ ਵੱਡਾ ਕਰ ਰਹੇ ਨੁਕਸਾਨ ਪੰਜਾਬੀ ਦਾ। ਜ਼ਰਾ ਜ਼ਰਾ ਕਹਿ ਉਠੇ ਸਾਨੂੰ ਮਾਣ ਪੰਜਾਬੀ ਦਾ। ਅੱਗੇ ਹੈ ਕਿ ਉਂਝ ਤਾਂ ਸਾਰੀ ਦੁਨੀਆ ਵਿੱਚ ਹੈ ਧਾਕ ਪੰਜਾਬੀ ਦੀ। ਲੱਚਰ ਗੀਤਾਂ ਕੀਤੀ ਮੈਲੀ ਸ਼ਾਖ ਪੰਜਾਬੀ ਦੀ। ਸੋਹਣੇ ਗੀਤਾਂ ਸੰਗ ਕਰੀਏ ਸਨਮਾਨ ਪੰਜਾਬੀ ਦਾ। ਜ਼ਰਾ ਜ਼ਰਾ ਕਹਿ ਉਠੇ ਸਾਨੂੰ ਮਾਣ ਪੰਜਾਬੀ ਦਾ। ਤੇ ਅੰਤਿਮ ਪੈਰਾ ਹੈ, ਕਹਿੰਦੇ ਹਨ ਕਿ ਮੈਨੂੰ ਇਸ ਨੇ ਕਵਿਤਾ ਲਿਖਣੀ ਜਦ ਸਿਖਲਾਈ ਸੀ। ਜੀਵਨ ਮੇਰੇ ਨੇ ਸੱਚਮੁੱਚ ਇੱਕ ਲਈ ਅੰਗੜਾਈ ਸੀ। ਹੋਂਦ ਰਫੀਕ ਦੀ ਮਾਨੋ ਹੈ ਵਰਦਾਨ ਪੰਜਾਬੀ ਦਾ। ਜ਼ਰਾ ਜ਼ਰਾ ਕਹਿ ਉਠੇ ਸਾਨੂੰ ਮਾਣ ਪੰਜਾਬੀ ਦਾ। ਰੋਮ ਰੋਮ ਚੋਂ ਕਰੀਏ ਹੋ ਸਨਮਾਨ ਪੰਜਾਬੀ ਦਾ। ਜ਼ਰਾ ਜ਼ਰਾ ਕਹਿ ਉਠੇ ਸਾਨੂੰ ਮਾਣ ਪੰਜਾਬੀ ਦਾ। ਆਓ ਬੱਚਿਓ ਹੁਣ ਇਸ ਦੀ ਵਿਆਖਿਆ ਦੇਖਦੇ ਹਾਂ। ਪਿਆਰੇ ਬੱਚਿਓ, ਕਵਿਤਾ ਦਾ ਪ੍ਰਸੰਗ ਤੁਸੀਂ ਇਸ ਤਰ੍ਹਾਂ ਲਿਖ ਸਕਦੇ ਹੋ ਕਿ ਇਹ ਕਾਵ ਟੋਟਾ ਜਾਂ ਇਹ ਕਾਵ ਸਤਰਾਂ ਸਾਡੀ ਪੰਜਾਬੀ ਦੀ ਪਾਠ ਪੁਸਤਕ ਸਾਹਿਤਕ ਕਿਰਨਾਂ ਭਾਗ 2 ਵਿੱਚ ਦਰਜ ਕਵਿਤਾ ਮਾਣ ਪੰਜਾਬੀ ਦਾ ਵਿੱਚੋਂ ਲਿਆ ਗਿਆ ਹੈ। ਇਸ ਦੇ ਕਵੀ ਕੁਲਵੰਤ ਸਿੰਘ ਰਫੀਕ ਹਨ। ਇਸ ਕਵਿਤਾ ਵਿੱਚ ਕਵੀ ਪੰਜਾਬੀ ਮਾਂ ਬੋਲੀ ਨੂੰ ਉਸ ਦਾ ਬਣਦਾ ਮਾਣ ਸਨਮਾਨ ਨਾ ਮਿਲਣ ਕਰਕੇ ਦੁੱਖ ਮਹਿਸੂਸ ਕਰਦਾ ਹੈ ਅਤੇ ਇਸ ਨੂੰ ਮਾਣ ਨਾਲ ਅਪਣਾਉਣ ਲਈ ਪ੍ਰੇਰਿਤ ਕਰਦਾ ਹੈ। ਆਓ ਵਿਆਖਿਆ ਦੇਖਦੇ ਹਾਂ। ਕਵੀ ਕਹਿੰਦਾ ਹੈ ਕਿ ਰੋਮ ਰੋਮ ਚੋਂ ਕਰੀਏ ਇਉਂ ਸਨਮਾਨ ਪੰਜਾਬੀ ਦਾ। ਜ਼ਰਾ ਜ਼ਰਾ ਕਹਿ ਉਠੇ ਸਾਨੂੰ ਮਾਣ ਪੰਜਾਬੀ ਦਾ। ਕਿ ਸਾਨੂੰ ਆਪਣੇ ਰੋਮ ਤੋਂ, ਰੋਮ ਭਾਵ ਆਪਣੇ ਸਰੀਰ ਦੇ ਲੂੰ ਤੋਂ, ਪੂਰੇ ਆਪਣੇ ਮਨ ਤੋਂ ਪੰਜਾਬੀ ਦਾ ਮਾਣ ਸਨਮਾਨ ਕਰਨਾ ਚਾਹੀਦਾ ਹੈ। ਇੰਨਾ ਮਾਣ ਸਨਮਾਨ ਕਰਨਾ ਚਾਹੀਦਾ ਹੈ ਕਿ ਜ਼ਰਾ ਜ਼ਰਾ ਕਣ ਕਣ ਇਹ ਕਹਿ ਉਠੇ, ਕਣ ਕਣ ਵਿੱਚੋਂ ਇਹ ਆਵਾਜ਼ ਆਏ ਕਿ ਸਾਨੂੰ ਆਪਣੀ ਮਾਂ ਬੋਲੀ ਪੰਜਾਬੀ ਉੱਪਰ ਮਾਣ ਹੈ। ਅੱਗੇ ਕਹਿੰਦਾ ਹੈ ਕਿ ਇਸ ਬੋਲੀ ਵਿੱਚ ਮਾਂ ਵਰਗੀ ਮਮਤਾ ਦੀ ਬਖਸ਼ਿਸ਼ ਹੈ। ਤਪਦੇ ਹਿਰਦੇ ਠਾਰਨ ਵਾਲੀ ਜਿਉਂ ਕੋਈ ਬਾਰਿਸ਼ ਹੈ। ਕਿ ਜਿਸ ਤਰ੍ਹਾਂ ਮਾਂ ਦੇ ਪਿਆਰ ਵਿੱਚ ਇੱਕ ਬਖਸ਼ਿਸ਼ ਹੁੰਦੀ ਹੈ, ਉਸੇ ਤਰ੍ਹਾਂ ਪੰਜਾਬੀ ਬੋਲੀ ਵਿੱਚ ਵੀ ਇੱਕ ਬਖਸ਼ਿਸ਼ ਹੈ। ਤਪਦੇ ਹਿਰਦੇ ਠਾਰਨ ਵਾਲੀ ਜਿਉਂ ਕੋਈ ਬਾਰਿਸ਼ ਹੈ। ਤੇ ਜਿਸ ਤਰ੍ਹਾਂ ਗਰਮੀ ਤੋਂ ਬਾਅਦ ਬਾਰਿਸ਼ ਹੋ ਕੇ ਠੰਡਕ ਪਾ ਦਿੰਦੀ ਹੈ, ਵਾਤਾਵਰਣ ਨੂੰ ਠੰਡਾ ਕਰ ਦਿੰਦੀ ਹੈ, ਉਸੇ ਤਰ੍ਹਾਂ ਜਦ ਸਾਡੇ ਮਨ ਦੇ ਵਿੱਚ ਤਪਿਸ਼ ਹੁੰਦੀ ਹੈ, ਕੋਈ ਦੁੱਖ ਹੁੰਦਾ ਹੈ, ਤਾਂ ਅਸੀਂ ਆਪਣੀ ਮਾਂ ਬੋਲੀ ਪੰਜਾਬੀ ਨੂੰ ਬੋਲਦੇ ਹਾਂ ਜਾਂ ਇਸ ਵਿੱਚ ਕੁਝ ਸੁਣਦੇ ਹਾਂ ਤਾਂ ਸਾਡੇ ਮਨ ਵਿੱਚ ਠੰਡ ਪੈ ਜਾਂਦੀ ਹੈ। ਅੱਗੇ ਕਹਿੰਦੇ ਹਨ ਕਿ ਰੱਬੀ ਉਸਤਤ ਵਾਂਗੂ ਹੈ ਗੁਣਗਾਨ ਪੰਜਾਬੀ ਦਾ। ਕਿ ਜੇਕਰ ਅਸੀਂ ਪੰਜਾਬੀ ਮਾਂ ਬੋਲੀ ਦਾ ਗੁਣਗਾਨ ਕਰਾਂਗੇ, ਇਸ ਦਾ ਮਾਣ ਸਨਮਾਨ ਕਰਾਂਗੇ, ਤਾਂ ਇਹ ਰੱਬ ਦੀ ਉਸਤਤ ਦੇ ਸਮਾਨ, ਰੱਬ ਦੀ ਭਗਤੀ ਦੇ ਸਮਾਨ ਹੋਵੇਗਾ। ਅੱਗੇ ਕਹਿੰਦੇ ਹਨ ਕਿ ਗੁਰੂਆਂ ਦੀ ਕਿਰਪਾ ਪਾਤਰ ਸੰਗੀ ਗੁਰਬਾਣੀ ਦੀ। ਸੂਫੀਆਂ ਨੇ ਵੀ ਇਸ ਦੀ ਖੁਸ਼ਬੂ ਰਜ ਰਜ ਮਾਣੀ ਸੀ। ਕਵੀ ਕਹਿੰਦਾ ਹੈ ਇਹ ਤੇ ਪੰਜਾਬੀ ਬੋਲੀ ਦਾ ਜੋ ਅਮੀਰ ਵਿਰਸਾ ਹੈ ਉਸ ਦੀ ਗੱਲ ਕਰਦਾ ਹੈ। ਕਵੀ ਕਹਿੰਦਾ ਹੈ ਕਿ ਗੁਰੂਆਂ ਦੀ ਕਿਰਪਾ ਪਾਤਰ ਭਾਵ ਪੰਜਾਬੀ ਜੋ ਮਾਂ ਬੋਲੀ ਹੈ ਉਸ ਉੱਪਰ ਗੁਰੂਆਂ ਦੀ ਕਿਰਪਾ ਰਹੀ ਹੈ। ਸੰਗੀ ਗੁਰਬਾਣੀ ਦੀ, ਇਹ ਗੁਰਬਾਣੀ ਦੀ ਸਾਥਣ ਹੈ।
ਭਾਵ ਜੋ ਸਾਡੇ ਗੁਰੂਆਂ ਨੇ ਗੁਰਬਾਣੀ ਲਿਖੀ ਹੈ ਪੰਜਾਬੀ ਨੂੰ ਉਸ ਦਾ ਮਾਧਿਅਮ ਬਣਨ ਦਾ ਮਾਣ ਪ੍ਰਾਪਤ ਹੈ। ਸੂਫੀਆਂ ਨੇ ਵੀ ਇਸ ਦੀ ਖੁਸ਼ਬੂ ਰਜ ਰਜ ਮਾਣੀ ਸੀ ਤੇ ਜਿਹੜੇ ਸੂਫੀ ਕਵੀ ਹੋਏ ਹਨ ਉਹਨਾਂ ਨੇ ਆਪਣੇ ਸੂਫੀ ਕਾਵ ਵਿੱਚ ਵੀ ਪੰਜਾਬੀ ਬੋਲੀ ਨੂੰ ਵਰਤ ਕੇ ਇਸ ਦੀ ਖੁਸ਼ਬੂ ਨੂੰ ਮਾਣਿਆ ਹੈ, ਭਾਵ ਇੱਕ ਆਨੰਦ ਅਨੁਭਵ ਕੀਤਾ ਹੈ। ਭਗਤਾਂ ਨੇ ਵੀ ਕੀਤਾ ਹੈ ਸ਼ੁਕਰਾਨ ਪੰਜਾਬੀ ਦਾ ਤੇ ਭਗਤ ਬਾਣੀ ਵਿੱਚ ਵੀ ਭਗਤਾਂ ਨੇ ਵੀ ਪੰਜਾਬੀ ਬੋਲੀ ਨੂੰ ਆਪਣੇ ਕਾਵ ਦਾ ਜੋ ਹੈ ਆਪਣੇ ਕਾਵ ਦੀ ਭਾਸ਼ਾ ਦੇ ਰੂਪ ਵਿੱਚ ਵਰਤਿਆ ਹੈ। ਤਾਂ ਇਸ ਤਰ੍ਹਾਂ ਇੱਕ ਅਮੀਰ ਵਿਰਸੇ ਵਾਲੀ ਜੋ ਪੰਜਾਬੀ ਬੋਲੀ ਹੈ। ਅੱਗੇ ਕਹਿੰਦੇ ਹਨ ਕਿ ਪੰਜ ਦਰਿਆਵਾਂ ਦੀ ਲਹਿਰਾਂ ਦੀ ਇਹ ਤਾਂ ਹਾਣੀ ਹੈ, ਤਾਈਓ ਕਿਸੇ ਕਾਰਾਂ ਦੀ ਇਹ ਦਿਲ ਦੀ ਰਾਣੀ ਹੈ। ਕਵੀ ਕਹਿੰਦਾ ਹੈ ਕਿ ਪੰਜਾਬੀ ਬੋਲੀ ਪੰਜ ਦਰਿਆਵਾਂ ਦੀ ਲਹਿਰਾਂ ਦੀ ਹਾਣੀ ਹੈ, ਭਾਵ ਸਰਹੱਦਾਂ ਦੀ ਬੱਝੀ ਹੋਈ ਨਹੀਂ। ਚਾਹੇ ਲਹਿੰਦੇ ਪੰਜਾਬ ਦੇ ਸਾਹਿਤਕਾਰ ਹੋਣ, ਚਾਹੇ ਚੜ੍ਹਦੇ ਪੰਜਾਬ ਦੇ ਸਾਹਿਤਕਾਰ ਹੋਣ, ਸਭ ਨੇ ਇਸ ਨੂੰ ਮੁਹੱਬਤ ਦਿੱਤੀ ਹੈ। ਕਹਿੰਦੇ ਹਨ ਕਿ ਤਾਈਓ ਕਿੱਸੇਕਾਰਾਂ ਦੀ ਇਹ ਦਿਲ ਦੀ ਰਾਣੀ ਹੈ। ਜੋ ਪੰਜਾਬੀ ਕਿੱਸੇਕਾਰ ਹੋਏ ਹਨ ਉਹਨਾਂ ਨੇ ਇਸ ਨੂੰ ਦਿਲ ਨਾਲ ਮੁਹੱਬਤ ਕੀਤੀ ਹੈ, ਆਪਣੇ ਕਿੱਸਿਆਂ ਵਿੱਚ ਬੜੇ ਮਾਣ ਨਾਲ ਇਸ ਦੀ ਵਰਤੋਂ ਕੀਤੀ ਹੈ। ਪੀਲੂ, ਵਾਰਸ਼, ਹਾਸ਼ਮ ਇਹ ਸਾਰੇ ਕਿੱਸਾਕਾਰ ਹਨ। ਕਰਨ ਬਖਾਨ ਪੰਜਾਬੀ ਦਾ, ਸਭ ਨੇ ਆਪਣੇ ਕਿੱਸਿਆਂ ਵਿੱਚ ਇਸ ਨੂੰ ਵਰਤ ਕੇ ਪੰਜਾਬੀ ਬੋਲੀ ਦਾ ਬਖਾਨ ਕੀਤਾ ਹੈ, ਇਸ ਦੀ ਵਡਿਆਈ ਕੀਤੀ ਹੈ। ਅੱਗੇ ਕਵੀ ਕਹਿੰਦਾ ਹੈ ਕਿ ਅੱਗੇ ਦੁੱਖ ਜ਼ਾਹਿਰ ਕਰਦਾ ਹੈ। ਕਵੀ ਕਹਿੰਦਾ ਹੈ ਕਿ ਹੈ ਅਫਸੋਸ ਜੋ ਇਸ ਬੋਲੀ ਤੋਂ ਰੋਟੀ ਖਾਂਦੇ ਨੇ ਉਹੀਓ ਆਪਣੇ ਘਰਾਂ 'ਚ ਇੰਗਲਿਸ਼ ਬੋਲੀ ਜਾਂਦੇ ਹਨ। ਭਾਵ ਜਿਸ ਮਾਂ ਬੋਲੀ ਨੇ ਪੰਜਾਬੀ ਨੇ ਉਹਨਾਂ ਨੂੰ ਰੋਜੀ ਰੋਟੀ ਕਮਾਉਣ ਦੇ ਲਾਇਕ ਕੀਤਾ ਹੈ, ਉਹਨਾਂ ਦਾ ਜੀਵਨ ਚਲਾਉਣ ਦਾ ਇੱਕ ਜ਼ਰੀਆ ਬਣੀ ਹੈ, ਉਹੀ ਆਪਣੇ ਘਰਾਂ ਵਿੱਚ ਇੰਗਲਿਸ਼ ਜਾਂ ਓਪਰੀ ਭਾਸ਼ਾ ਵਰਤ ਰਹੇ ਹਨ। ਇਸ ਨੂੰ ਇਸਤੇਮਾਲ ਕਰਨ ਵਿੱਚ, ਇਸ ਦੀ ਵਰਤੋਂ ਕਰਨ ਵਿੱਚ ਸ਼ਰਮ ਮਹਿਸੂਸ ਕਰਦੇ ਹਨ। ਨਾ ਸ਼ੁਕਰੇ, ਕਵੀ ਕਹਿੰਦਾ ਹੈ ਕਿ ਉਹ ਅਕਿਰਤਘਨ ਹਨ, ਨਾ ਸ਼ੁਕਰੇ ਹਨ ਜੋ ਨਹੀਂ ਮੰਨਦੇ ਅਹਿਸਾਨ ਪੰਜਾਬੀ ਦਾ, ਕਿ ਜੋ ਪੰਜਾਬੀ ਦਾ ਅਹਿਸਾਨ ਨਹੀਂ ਮੰਨਦੇ ਕਿ ਉਸਨੇ ਉਹਨਾਂ ਨੂੰ ਰੋਜੀ ਰੋਟੀ ਕਮਾਉਣ ਦੇ ਲਾਇਕ ਕੀਤਾ ਹੈ, ਉਹ ਅਕਿਰਤਘਨ ਹਨ। ਅੱਗੇ ਕਹਿੰਦੇ ਹਨ ਕਿ ਹਰ ਦਫ਼ਤਰ ਵਿੱਚ ਇਸ ਨੂੰ ਕਦੇ ਨਾ ਇੱਜ਼ਤ ਮਿਲਦੀ ਹੈ, ਇਸ ਰਾਣੀ ਨੂੰ ਆਪਣੇ ਘਰ ਹੀ ਜਿੱਲਤ ਮਿਲਦੀ ਹੈ। ਕਵੀ ਕਹਿੰਦਾ ਹੈ ਕਿ ਹਰ ਦਫ਼ਤਰ ਵਿੱਚ ਕੋਈ ਵੀ ਦਫ਼ਤਰ ਦੇ ਕੰਮਕਾਜ ਹੁੰਦੇ ਹਨ, ਉੱਥੇ ਜੋ ਹੈ ਹਿੰਦੀ ਜਾਂ ਅੰਗਰੇਜ਼ੀ ਭਾਸ਼ਾਵਾਂ ਵਰਤੀਆਂ ਜਾਂਦੀਆਂ ਹਨ, ਪੰਜਾਬੀ ਭਾਸ਼ਾ ਦਾ ਇਸਤੇਮਾਲ ਵਰਤੋਂ ਨਹੀਂ ਹੁੰਦੀ। ਇਹ ਹੋਰ ਤੇ ਹੋਰ ਜੋ ਪੰਜਾਬੀ ਭਾਸ਼ੀ ਸੂਬੇ ਹਨ, ਜਿੱਥੇ ਪੰਜਾਬੀ ਬੋਲਣ ਵਾਲੇ ਲੋਕ ਹਨ, ਉਹਨਾਂ ਸੂਬਿਆਂ ਵਿੱਚ ਵੀ ਇਸ ਨੂੰ ਜ਼ਿਲਤ ਮਿਲਦੀ ਹੈ, ਭਾਵ ਇਸ ਨੂੰ ਬੇਇੱਜ਼ਤ ਕੀਤਾ ਜਾਂਦਾ ਹੈ, ਇਸ ਦੀ ਵਰਤੋਂ ਨਹੀਂ ਕੀਤੀ ਜਾਂਦੀ। ਇਸ ਰਾਣੀ ਨੂੰ ਆਪਣੇ ਘਰ ਹੀ, ਤਾਂ ਹੀ ਕਿਹਾ ਕਿ ਆਪਣੇ ਘਰ ਵਿੱਚ ਵੀ, ਪੰਜਾਬੀ ਬੋਲਣ ਵਾਲੇ ਸੂਬਿਆਂ ਵਿੱਚ ਵੀ ਇਸ ਦੀ ਕਦਰ ਨਹੀਂ ਹੈ। ਕਦ ਕੁਰਸੀ ਚੋਂ ਗੂੰਜੇਗਾ ਫਰਮਾਨ ਪੰਜਾਬੀ ਦਾ। ਕਵੀ ਕਹਿੰਦਾ ਹੈ ਕਿ ਮੈਨੂੰ ਉਡੀਕ ਹੈ ਕਿ ਕਦ ਜੋ ਸਾਡੇ ਸਿਆਸੀ ਆਗੂ ਹਨ ਉਹ ਕੋਈ ਐਸਾ ਫਰਮਾਨ ਜਾਰੀ ਕਰਨਗੇ, ਕੋਈ ਐਸਾ ਆਦੇਸ਼ ਜਾਰੀ ਕਰਨਗੇ ਕਿ ਪੰਜਾਬੀ ਬੋਲੀ ਜੋ ਹੈ ਦਫ਼ਤਰਾਂ ਦੀ ਬੋਲੀ ਹੋ ਸਕੇਗੀ। ਅੱਗੇ ਕਹਿੰਦਾ ਹੈ ਕਿ ਬੇਗਾਨੀ ਅੰਗਰੇਜ਼ੀ ਨੂੰ ਅਸੀਂ ਜੱਫੀਆਂ ਪਾਉਂਦੇ ਹਾਂ, ਹਿੰਦੀ ਮਾਸੀ ਨੂੰ ਵੀ ਝੁਕ ਝੁਕ ਸੀਸ ਨਿਵਾਉਂਦੇ ਹਾਂ। ਕਵੀ ਕਹਿੰਦਾ ਹੈ ਕਿ ਅਸੀਂ ਅੰਗਰੇਜ਼ੀ ਅਤੇ ਹਿੰਦੀ ਭਾਸ਼ਾਵਾਂ ਨੂੰ ਉਹਨਾਂ ਦੀ ਵਰਤੋਂ ਕਰਨ ਵਿੱਚ ਆਪਣਾ ਮਾਣ ਮਹਿਸੂਸ ਕਰਦੇ ਹਾਂ, ਤੇ ਬੇਗਾਨੀ ਅੰਗਰੇਜ਼ੀ ਨੂੰ ਅਸੀਂ ਵਰਤਣ ਵਿੱਚ ਮਾਣ ਮਹਿਸੂਸ ਕਰਦੇ ਹਾਂ, ਤੇ ਹਿੰਦੀ ਜਿਹੜੀ ਸਾਡੀ ਮਾਸੀ ਹੈ, ਇੱਕ ਹੀ ਭਾਸ਼ਾ ਪਰਿਵਾਰ ਦੀ ਹੋਣ ਕਰਕੇ ਕਵੀ ਨੇ ਇਸ ਨੂੰ ਮਾਸੀ ਦਾ ਦਰਜਾ ਦਿੱਤਾ ਹੈ, ਤੇ ਕਹਿੰਦਾ ਹੈ ਕਿ ਮਾਸੀ ਦੀ ਵੀ ਅਸੀਂ ਇੱਜ਼ਤ ਕਰਦੇ ਹਾਂ, ਉਸ ਅੱਗੇ ਵੀ ਸੀਸ ਨਿਵਾਉਂਦੇ ਹਾਂ, ਪਰ ਮਾਂ ਰੁਲਦੀ, ਤੇ ਮਾਸੀ ਦਾ ਅਸੀਂ ਸਨਮਾਨ ਕਰਦੇ ਰਹੀਏ ਤੇ ਮਾਂ ਰੁਲਦੀ ਰਹੇ। ਪੁੱਤ ਕਰਦਾ ਨਾ ਕੋਈ ਧਿਆਨ ਪੰਜਾਬੀ ਦਾ, ਤੇ ਜੋ ਇਸ ਦੇ ਪੁੱਤ ਹਨ, ਜੋ ਅਸੀਂ ਪੰਜਾਬੀ ਹਾਂ, ਪੰਜਾਬੀ ਬੋਲਣ ਵਾਲੇ ਲੋਕ ਹਾਂ, ਅਸੀਂ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੇ। ਇਹ ਬੜੀ ਅਫਸੋਸ ਦੀ ਗੱਲ ਹੈ। ਅੱਗੇ ਕਹਿੰਦਾ ਹੈ ਕਿ ਘਰ ਤਾਂ ਮਾਂ ਦੇ ਨਾਲ ਹੀ ਸੋਹਣਾ ਸੋਹਣਾ ਲੱਗਦਾ ਹੈ, ਮਾਸੀ ਵੀ ਜੇ ਨਾਲ ਹੋਵੇ ਤਾਂ ਹੋਰ ਵੀ ਫੱਬਦਾ ਹੈ। ਕਿ ਘਰ ਵਿੱਚ
ਮਾਂ ਦੀ ਇੱਜ਼ਤ ਹੋਣ ਨਾਲ ਹੀ, ਮਾਂ ਦਾ ਮਾਨ ਸਨਮਾਨ ਹੋਣ ਨਾਲ ਹੀ ਘਰ ਜੱਚਦਾ ਹੈ, ਘਰ ਤਾਂ ਹੀ ਵਧੀਆ ਲੱਗਦਾ ਹੈ। ਮਾਸੀ ਵੀ ਜੇ ਨਾਲ ਹੋਵੇ ਤਾਂ ਹੋਰ ਵੀ ਫੱਬਦਾ ਹੈ। ਸਾਨੂੰ ਕੋਈ ਇਤਰਾਜ਼ ਨਹੀਂ ਕਿ ਹਿੰਦੀ ਦੀ ਵਰਤੋਂ ਹੋਵੇ, ਅੰਗਰੇਜ਼ੀ ਦੀ ਵਰਤੋਂ ਹੋਵੇ, ਉਸ ਤੋਂ ਸਾਨੂੰ ਇਤਰਾਜ਼ ਨਹੀਂ, ਪਰ ਪੰਜਾਬੀ ਮਾਂ ਬੋਲੀ ਨੂੰ ਇਸ ਦਾ ਬਣਦਾ ਮਾਨ ਸਨਮਾਨ ਮਿਲਣਾ ਚਾਹੀਦਾ ਹੈ। ਸ਼ਾਲਾਂ ਵਸਦਾ ਰਵੇ ਹਮੇਸ਼ ਜਹਾਨ ਪੰਜਾਬੀ ਦਾ। ਕਵੀ ਅਰਦਾਸ ਕਰਦਾ ਹੈ, ਦੁਆ ਕਰਦਾ ਹੈ ਕਿ हे परमात्मा, ਪੰਜਾਬੀ ਬੋਲੀ ਦਾ ਜੋ ਜਹਾਨ ਹੈ, ਜੋ ਇਸ ਦਾ ਸੰਸਾਰ ਹੈ, ਉਹ ਹਮੇਸ਼ਾ ਵਸਦਾ ਰਹੇ। ਅੱਗੇ ਕਵੀ ਕਹਿੰਦਾ ਹੈ ਕਿ ਕੁੱਲ ਦੁਨੀਆ ਵਿੱਚ ਇਸ ਬੋਲੀ ਦੀ ਖੁਸ਼ਬੂ ਫੈਲੀ ਹੈ। ਕਿਸੇ ਇਹਦਾ ਜੋ ਇਸ ਦੀ ਵਰਤੋਂ ਸੀਮਿਤ ਖੇਤਰਾਂ ਵਿੱਚ ਨਹੀਂ ਹੈ, ਜਾਂ ਇਸ ਦੀ ਪ੍ਰਸਿੱਧੀ ਜੋ ਹੈ ਪੂਰੇ ਸੰਸਾਰ ਵਿੱਚ ਫੈਲੀ ਹੋਈ ਹੈ। ਉਜਲੀ ਲਿਸ਼ਕੀ ਲਿੰਬੀ ਪੋਚੀ ਰਤਾ ਨਾ ਮੈਲੀ ਹੈ। ਕਵੀ ਕਹਿੰਦਾ ਹੈ ਕਿ ਸਾਫ਼ ਸੁਥਰੀ ਇੱਕ ਮਾਨਕ ਭਾਸ਼ਾ ਹੈ। ਉਜਲੀ ਲਿਸ਼ਕੀ ਦਾ ਭਾਵ ਕੀ ਹੈ ਕਿ ਬਿਲਕੁਲ ਸਪਸ਼ਟ ਤੇ ਇੱਕ ਮਾਨਕ ਭਾਸ਼ਾ ਪੰਜਾਬੀ ਭਾਸ਼ਾ ਹੈ। ਤੇ ਪਦਮ ਸ਼੍ਰੀ ਪਾਤਰ ਹੈ ਕਵੀ ਮਹਾਨ ਪੰਜਾਬੀ ਦਾ। ਤੇ ਇਸ ਭਾਸ਼ਾ ਦਾ ਜੋ ਇੱਕ ਪੁੱਤਰ ਇੱਥੇ ਜੋ ਹੈ ਪਦਮ ਸ਼੍ਰੀ ਆਪਣੇ ਸੁਰਜੀਤ ਪਾਤਰ ਜੀ, ਜਿਨ੍ਹਾਂ ਨੂੰ ਇਸੇ ਬੋਲੀ ਵਿੱਚ ਸਾਹਿਤ ਰਚਨਾ ਕਰਨ ਕਰਕੇ ਭਾਰਤ ਦਾ ਇੱਕ ਵੱਡਾ ਜੋ ਸਨਮਾਨ ਹੈ ਪਦਮ ਸ਼੍ਰੀ ਮਿਲਿਆ ਹੈ, ਤਾਂ ਕਵੀ ਇੱਥੇ ਕਹਿਣਾ ਚਾਹੁੰਦਾ ਹੈ ਕਿ ਇਸ ਦਾ ਮਹੱਤਵ ਘੱਟ ਨਹੀਂ ਹੈ। ਜੇਕਰ ਅਸੀਂ ਇਸ ਦਾ ਇਸਤੇਮਾਲ ਕਰਾਂਗੇ ਤਾਂ ਇਸ ਨੂੰ ਇਸ ਦਾ ਬਣਦਾ ਮਾਨ ਸਨਮਾਨ ਜ਼ਰੂਰ ਮਿਲੇਗਾ। ਇਹ ਇੱਕ ਮਾਨਕ ਭਾਸ਼ਾ ਹੈ। ਇਸ ਦੀ ਵਰਤੋਂ ਕਰਨ ਵਿੱਚ ਸਾਨੂੰ ਰਤਾ ਵੀ ਸ਼ਰਮ ਮਹਿਸੂਸ ਨਹੀਂ ਹੋਣੀ ਚਾਹੀਦੀ, ਬਲਕਿ ਸਾਨੂੰ ਜੋ ਹੈ ਮਾਣ ਮਹਿਸੂਸ ਹੋਣਾ ਚਾਹੀਦਾ ਹੈ। ਅੱਗੇ ਕਵੀ ਕਹਿੰਦਾ ਹੈ ਕਿ ਹਰ ਇੱਕ ਸੁੱਖ ਪੰਜਾਬ ਦੀ ਧਰਤੀ ਤੋਂ ਜੋ ਪਾਉਂਦੇ ਨੇ, ਮਾਂ ਬੋਲੀ ਲਿਖਵਾਉਣ ਵੇਲੇ ਕਿਉਂ ਘਬਰਾਉਂਦੇ ਨੇ। ਕਿ ਹਰ ਇੱਕ ਸੁੱਖ ਤਾਂ ਅਸੀਂ ਪੰਜਾਬ ਦੀ ਧਰਤੀ ਤੋਂ ਪਾ ਰਹੇ ਹਾਂ, ਸੁੱਖ ਸੁਵਿਧਾਵਾਂ ਸਾਨੂੰ ਪੰਜਾਬ ਦੀ ਧਰਤੀ ਦੇ ਰਹੀ ਹੈ, ਪਰ ਜਦ ਮਾਂ ਬੋਲੀ ਦੀ ਵਰਤਣ ਦੀ ਗੱਲ ਆਉਂਦੀ ਹੈ, ਇਸ ਨੂੰ ਅਪਣਾਉਣ ਦੀ ਗੱਲ ਆਉਂਦੀ ਹੈ, ਤਾਂ ਅਸੀਂ ਸ਼ਰਮ ਮਹਿਸੂਸ ਕਰਨ ਲੱਗਦੇ ਹਾਂ। ਕਿਉਂ ਘਬਰਾਉਂਦੇ ਹਾਂ ਅਸੀਂ? ਸਭ ਤੋਂ ਵੱਡਾ ਕਰ ਰਹੇ ਇਹ ਨੁਕਸਾਨ ਪੰਜਾਬੀ ਦਾ, ਤੇ ਅਸੀਂ ਪੰਜਾਬੀ ਲੋਕ ਖੁਦ ਹੀ ਆਪਣਾ ਨੁਕਸਾਨ, ਆਪਣੀ ਬੋਲੀ ਦਾ ਨੁਕਸਾਨ ਕਰ ਰਹੇ ਹਾਂ। ਇਸ ਨੂੰ ਨਾ ਵਰਤ ਕੇ, ਇਸ ਨੂੰ ਨਾ ਅਪਣਾ ਕੇ ਜੋ ਹੈ ਅਸੀਂ ਇਸ ਦਾ ਨੁਕਸਾਨ ਔਰ ਖੁਦ ਆਪਣਾ ਵੀ ਨੁਕਸਾਨ ਕਰ ਰਹੇ ਹਾਂ। ਅੱਗੇ ਕਵੀ ਕਹਿੰਦਾ ਹੈ ਕਿ ਉਂਝ ਤਾਂ ਸਾਰੀ ਦੁਨੀਆ ਵਿੱਚ ਹੈ ਧਾਕ ਪੰਜਾਬੀ ਦੀ। ਸਾਰੀ ਦੁਨੀਆ ਵਿੱਚ ਪੰਜਾਬੀ ਬੋਲੀ ਜੋ ਹੈ ਇਹ ਪ੍ਰਸਿੱਧ ਹੈ, ਇਸ ਦੀ ਧਾਕ ਹੈ। ਧਾਕ ਭਾਵ ਪ੍ਰਸਿੱਧੀ ਹੈ। ਲੱਚਰ ਗੀਤਾਂ ਕੀਤੀ ਮੈਲੀ ਸ਼ਾਖ ਪੰਜਾਬੀ ਦੀ। ਪਰ ਕਵੀ ਨੂੰ ਦੁੱਖ ਹੈ ਕਿ ਜੋ ਸਾਡੇ ਗੀਤਕਾਰ, ਸੰਗੀਤਕਾਰ ਜੋ ਇੱਕ ਝੂਠੀ, ਇੱਕ ਜਲਦੀ ਪ੍ਰਸਿੱਧੀ ਪਾਉਣ ਲਈ ਜੋ ਲੱਚਰ ਗੀਤ ਲਿਖਦੇ ਹਨ, ਲੱਚਰ ਦਾ ਭਾਵ ਜੋ ਅਸ਼ਲੀਲ ਗੰਦੇ ਗੀਤ ਲਿਖਦੇ ਹਨ, ਉਸ ਨਾਲ ਪੰਜਾਬੀ ਦੀ ਸ਼ਾਖ ਭਾਵ ਉਸ ਦੀ ਇੱਜ਼ਤ ਨੂੰ ਨੁਕਸਾਨ ਪਹੁੰਚਿਆ ਹੈ। ਸੋਹਣੇ ਗੀਤਾਂ ਸੰਗ ਕਰੀਏ ਸਨਮਾਨ ਪੰਜਾਬੀ ਦਾ। ਕਵੀ ਪ੍ਰੇਰਣਾ ਦਿੰਦਾ ਹੈ, ਸੁਚੇਤ ਕਰਦਾ ਹੈ ਗੀਤਕਾਰਾਂ ਨੂੰ, ਕਵੀਆਂ ਨੂੰ ਕਿ ਤੁਸੀਂ ਸੋਹਣੇ ਚੰਗੇ ਗੀਤ ਲਿਖੋ ਤਾਂ ਜੋ ਮਾਂ ਬੋਲੀ ਪੰਜਾਬੀ ਦਾ ਸਨਮਾਨ ਹੋ ਸਕੇ, ਇਸ ਦੀ ਹਰ ਇੱਕ ਦੇ ਮਨ ਵਿੱਚ ਇੱਕ ਚੰਗੀ ਛਾਪ ਬਣ ਸਕੇ। ਤੇ ਅਖੀਰਲੇ ਪੈਰੇ ਵਿੱਚ ਆਪ ਸ਼ੁਕਰ ਅਦਾ ਕਰਦੇ ਹਨ ਕਿ ਜੋ ਕਵੀ ਕਹਿੰਦੇ ਹਨ ਕਿ ਜੋ ਕੁਝ ਵੀ ਅੱਜ ਉਹ ਹਨ ਉਹ ਮਾਂ ਬੋਲੀ ਪੰਜਾਬੀ ਕਰਕੇ ਹਨ। ਕਹਿੰਦੇ ਹਨ ਕਿ ਮੈਨੂੰ ਇਸਨੇ ਕਵਿਤਾ ਲਿਖਣੀ ਜਦ ਸਿਖਲਾਈ ਸੀ। ਕਿ ਜਦ ਮਾਂ ਬੋਲੀ ਨੇ, ਜਿਸ ਤਰ੍ਹਾਂ ਮਾਂ ਆਪਣੇ ਬੱਚਿਆਂ ਨੂੰ ਕੁਝ ਸਿਖਾਉਂਦੀ ਹੈ, ਤੇ ਮਾਂ ਬੋਲੀ ਪੰਜਾਬੀ ਨੇ ਮੈਨੂੰ ਜਦ ਕਵਿਤਾ ਲਿਖਣੀ ਸਿਖਾਈ, ਜੀਵਨ ਮੇਰੇ ਨੇ ਸੱਚਮੁੱਚ ਇੱਕ ਲਈ ਅੰਗੜਾਈ ਸੀ। ਅੰਗੜਾਈ ਦਾ ਇੱਥੇ ਭਾਵ ਹੈ ਕਿ ਬਦਲਾਵ ਹੋਣਾ, ਕਿ ਮੇਰੇ ਜੀਵਨ ਵਿੱਚ ਬਦਲਾਵ ਹੋ ਗਿਆ, ਬਿਲਕੁਲ ਬਦਲ ਗਿਆ ਮੇਰਾ ਜੀਵਨ। ਹੋਂਦ ਰਫੀਕ ਦੀ ਮਾਨੋ ਹੈ ਵਰਦਾਨ ਪੰਜਾਬੀ ਦਾ। ਤੇ ਕੁਲਵੰਤ ਸਿੰਘ ਰਫੀਕ ਕਹਿੰਦੇ ਹਨ ਕਿ ਜੇ ਅੱਜ ਮੇਰਾ ਕੋਈ ਅਸਤਿਤਵ ਹੈ, ਜੋ ਕੁਝ ਵੀ ਮੈਂ ਹਾਂ, ਉਹ ਇਸ ਮਾਂ ਬੋਲੀ ਪੰਜਾਬੀ ਕਰਕੇ ਹੀ ਹਾਂ। ਤੇ ਜ਼ਰਾ ਜ਼ਰਾ ਕਹਿ ਉਠੇ ਸਾਨੂੰ ਮਾਣ ਪੰਜਾਬੀ ਦਾ। ਸਾਨੂੰ ਰੋਮ ਰੋਮ ਤੋਂ, ਆਪਣੇ ਲੂੰ ਤੋਂ ਪੰਜਾਬੀ ਮਾਂ ਬੋਲੀ ਦਾ ਸਨਮਾਨ ਕਰਨਾ ਚਾਹੀਦਾ ਹੈ, ਤਾਂ ਜੋ ਕਣ ਕਣ ਦੇ ਵਿੱਚੋਂ ਇਹ ਆਵਾਜ਼ ਆਏ ਕਿ ਸਾਨੂੰ ਆਪਣੀ ਬੋਲੀ ਪੰਜਾਬੀ ਉੱਪਰ ਮਾਣ ਹੈ। ਇਹ ਸੀ ਪਿਆਰੇ ਬੱਚਿਓ ਵਿਆਖਿਆ। ਆਓ ਹੁਣ ਅਭਿਆਸ ਦੇ ਪ੍ਰਸ਼ਨ ਦੇਖਦੇ ਹਾਂ। ਅਭਿਆਸ ਦੇ ਪ੍ਰਸ਼ਨਾਂ ਵਿੱਚ ਪਹਿਲੇ ਭਾਗ ਦਾ ਪਹਿਲਾ ਪ੍ਰਸ਼ਨ ਹੈ ਕਿ ਰੋਮ ਰੋਮ ਵਿੱਚ ਕੌਣ ਵਸਦਾ ਹੈ।
ਤਾਂ ਰੋਮ ਰੋਮ ਵਿੱਚ ਮਾਂ ਬੋਲੀ ਪੰਜਾਬੀ ਵਸਦੀ ਹੈ। ਅੱਗੇ ਹੈ ਕਿ ਨਾ ਸ਼ੁਕਰੇ ਕੌਣ ਹਨ। ਨਾ ਸ਼ੁਕਰੇ ਲੋਕ ਉਹ ਹਨ ਜੋ ਮਾਂ ਬੋਲੀ ਕਰਕੇ ਰੋਜੀ ਰੋਟੀ ਕਮਾਉਂਦੇ ਹਨ, ਸੁੱਖ ਸੁਵਿਧਾਵਾਂ ਮਾਣਦੇ ਹਨ, ਪਰ ਆਪਣੇ ਘਰਾਂ ਵਿੱਚ ਮਾਂ ਬੋਲੀ ਨੂੰ ਨਾ ਬੋਲ ਕੇ ਅੰਗਰੇਜ਼ੀ ਜਾਂ ਹੋਰ ਕੋਈ ਭਾਸ਼ਾ ਬੋਲਦੇ ਹਨ। ਅੱਗੇ ਪ੍ਰਸ਼ਨ ਹੈ ਕਿ ਪੰਜਾਬੀ ਬੋਲੀ ਉੱਪਰ ਕਿਹਨਾਂ ਦੀ ਕਿਰਪਾ ਹੈ। ਤਾਂ ਪੰਜਾਬੀ ਬੋਲੀ ਉੱਪਰ ਗੁਰੂਆਂ ਦੀ ਕਿਰਪਾ ਹੈ। ਅੱਗੇ ਪ੍ਰਸ਼ਨ ਹੈ ਕਿ ਮਾਸੀ ਕਿਸ ਨੂੰ ਕਿਹਾ ਗਿਆ ਹੈ। ਤਾਂ ਕਵਿਤਾ ਵਿੱਚ ਮਾਸੀ ਹਿੰਦੀ ਭਾਸ਼ਾ ਨੂੰ ਕਿਹਾ ਗਿਆ ਹੈ। ਇੱਕ ਹੀ ਭਾਸ਼ਾ ਪਰਿਵਾਰ ਦੀਆਂ ਭਾਸ਼ਾਵਾਂ ਹੋਣ ਕਰਕੇ ਹਿੰਦੀ ਨੂੰ ਮਾਸੀ ਕਿਹਾ ਗਿਆ ਹੈ। ਅਗਲਾ ਪ੍ਰਸ਼ਨ ਹੈ ਕਿ ਪੰਜਾਬੀ ਦੀ ਦੁਨੀਆ ਵਿੱਚ ਸਾਖ ਕਿਉਂ ਮੈਲੀ ਹੋ ਰਹੀ ਹੈ। ਪੰਜਾਬੀ ਦੀ ਦੁਨੀਆ ਵਿੱਚ ਸਾਖ ਕਿਉਂ ਮੈਲੀ ਹੋ ਰਹੀ ਹੈ। ਤਾਂ ਕਵੀ ਅਨੁਸਾਰ ਅਸ਼ਲੀਲ ਗੀਤਾਂ ਕਰਕੇ, ਭੱਦੇ ਗੰਦੇ ਗੀਤਾਂ ਕਰਕੇ ਪੰਜਾਬੀ ਦੀ ਸਾਖ ਮੈਲੀ ਹੋ ਰਹੀ ਹੈ। ਅੱਗੇ ਪ੍ਰਸ਼ਨ ਹੈ ਕਿ ਰਫੀਕ ਦਾ ਕੀ ਅਰਥ ਹੈ। ਤਾਂ ਰਫੀਕ ਕਵੀ ਦਾ ਤਖੱਲਸ ਜਾਂ ਕਵੀ ਦਾ ਉਪਨਾਮ ਹੈ। ਇਸ ਦਾ ਅਰਥ ਹੁੰਦਾ ਹੈ ਦੋਸਤ ਜਾਂ ਹਮ ਖਿਆਲ, ਜਿਸ ਦੇ ਖਿਆਲ ਆਪਸ ਵਿੱਚ ਮਿਲਦੇ ਹੋਣ। ਅੱਗੇ ਪ੍ਰਸ਼ਨ ਹੈ ਕਿ ਕਿਸ ਦੇ ਫਰਮਾਨ ਨਾਲ ਪੰਜਾਬੀ ਦੀ ਕਦਰ ਪੈ ਸਕਦੀ ਹੈ। ਕਿਸ ਦੇ ਫਰਮਾਨ ਨਾਲ ਪੰਜਾਬੀ ਦੀ ਕਦਰ ਪੈ ਸਕਦੀ ਹੈ। ਤਾਂ ਸਰਕਾਰਾਂ ਦੇ ਜਾਂ ਸਰਕਾਰੀ ਅਫਸਰਾਂ ਦੇ ਫਰਮਾਨ ਨਾਲ ਪੰਜਾਬੀ ਦੀ ਕਦਰ ਪੈ ਸਕਦੀ ਹੈ। ਅੱਗੇ ਪ੍ਰਸ਼ਨ ਹੈ ਕਿ ਪੰਜਾਬੀ ਬੋਲੀ ਕਿਸ ਦੀ ਹਾਣੀ ਹੈ। ਪੰਜਾਬੀ ਬੋਲੀ ਪੰਜੇ ਦਰਿਆਵਾਂ ਦੀਆਂ ਲਹਿਰਾਂ ਦੀ ਹਾਣੀ ਹੈ। ਪੰਜੇ ਦਰਿਆਵਾਂ ਦੀ ਲਹਿਰਾਂ ਦੀ ਹਾਣੀ ਹੈ। ਅਭਿਆਸ ਦੇ ਪ੍ਰਸ਼ਨਾਂ ਵਿੱਚ ਦੂਜਾ ਭਾਗ ਹੈ ਕਿ ਹੇਠ ਲਿਖੀਆਂ ਕਾਵਿ ਸਤਰਾਂ ਪੜ੍ਹ ਕੇ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ। ਕਾਵਿ ਸਤਰਾਂ ਇਸ ਤਰ੍ਹਾਂ ਹਨ ਕਿ ਗੁਰੂਆਂ ਦੀ ਕਿਰਪਾ ਪਾਤਰ ਸੰਗੀ ਗੁਰਬਾਣੀ ਦੀ, ਸੂਫੀਆਂ ਨੇ ਵੀ ਇਸ ਦੀ ਖੁਸ਼ਬੂ ਰਜ ਰਜ ਮਾਣੀ ਸੀ, ਭਗਤਾਂ ਨੇ ਵੀ ਕੀਤਾ ਹੈ ਸ਼ੁਕਰਾਨ ਪੰਜਾਬੀ ਦਾ, ਜ਼ਰਾ ਜ਼ਰਾ ਕਹਿ ਉਠੇ ਸਾਨੂੰ ਮਾਣ ਪੰਜਾਬੀ ਦਾ। ਤਾਂ ਪਹਿਲਾ ਪ੍ਰਸ਼ਨ ਹੈ ਕਿ ਇਹ ਰਚਨਾ ਕਿਸ ਦੀ ਹੈ। ਇਹ ਰਚਨਾ ਕੁਲਵੰਤ ਸਿੰਘ ਰਫੀਕ ਦੀ ਹੈ। ਦੂਜਾ ਹੈ ਕਿ ਗੁਰੂਆਂ ਦੀ ਕਿਰਪਾ ਸਦਕਾ ਕੀ ਹੋਇਆ। ਤਾਂ ਉੱਤਰ ਹੈ ਕਿ ਗੁਰੂਆਂ ਦੀ ਕਿਰਪਾ ਸਦਕਾ ਪੰਜਾਬੀ ਨੂੰ ਮਾਣ ਮਿਲਿਆ। ਗੁਰੂਆਂ ਨੇ ਆਪਣੀ ਬਾਣੀ ਨੂੰ ਪੰਜਾਬੀ ਵਿੱਚ ਲਿਖ ਕੇ ਪੰਜਾਬੀ ਨੂੰ ਮਾਣ ਬਖਸ਼ਿਆ ਹੈ। ਤੀਜਾ ਪ੍ਰਸ਼ਨ ਹੈ ਕਿ ਮਾਂ ਬੋਲੀ ਦੀ ਖੁਸ਼ਬੂ ਕਿਸ ਨੇ ਮਾਣੀ ਹੈ। ਤਾਂ ਇਹਨਾਂ ਸਤਰਾਂ ਵਿੱਚ ਆਇਆ ਹੈ ਕਿ ਸੂਫੀ ਕਵੀਆਂ ਨੇ ਮਾਂ ਬੋਲੀ ਪੰਜਾਬੀ ਦੀ ਖੁਸ਼ਬੂ ਨੂੰ ਮਾਣਿਆ ਹੈ। ਅੰਤਮ ਪ੍ਰਸ਼ਨ ਜੋ ਹੈ ਉਹ ਹੈ ਕਿ ਇਸ ਭਾਸ਼ਾ ਬਾਰੇ ਕੌਣ ਅਸ਼ ਅਸ਼ ਕਰ ਉੱਠਦਾ ਹੈ। ਤਾਂ ਇਸ ਭਾਸ਼ਾ ਬਾਰੇ ਜ਼ਰਾ ਜ਼ਰਾ ਭਾਵ ਕਣ ਕਣ ਅਸ਼ ਅਸ਼ ਕਰ ਉੱਠਦਾ ਹੈ। ਅਭਿਆਸ ਦੇ ਪ੍ਰਸ਼ਨਾਂ ਵਿੱਚ ਤੀਜਾ ਪ੍ਰਸ਼ਨ ਹੈ ਕਿ ਹੇਠ ਲਿਖੇ ਕਾਵਿ ਟੋਟੇ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ। ਤਾਂ ਇਹ ਆਪਾਂ ਕਵਿਤਾ ਦੇ ਸ਼ੁਰੂਆਤ ਵਿੱਚ ਕਰ ਚੁੱਕੇ ਹਾਂ। ਅੱਗੇ ਹੈ ਕਿ ਪਾਠ ਦੇ ਆਧਾਰ ਉੱਪਰ ਹੇਠ ਲਿਖੇ ਔਖੇ ਸ਼ਬਦਾਂ ਦੇ ਅਰਥ ਦੱਸ ਕੇ ਵਾਕ ਬਣਾਓ। ਤਾਂ ਪਹਿਲਾ ਸ਼ਬਦ ਹੈ ਗੁਣਗਾਨ। ਗੁਣਗਾਨ ਦਾ ਭਾਵ ਹੈ ਸਿਫਤ ਜਾਂ ਵਡਿਆਈ। ਮਾਂ ਬੋਲੀ ਪੰਜਾਬੀ ਦਾ ਗੁਣਗਾਨ ਰੱਬੀ ਉਸਤਤ ਵਾਂਗ ਹੈ। ਅੱਗੇ ਹੈ ਅਹਿਸਾਨ। ਅਹਿਸਾਨ ਦਾ ਅਰਥ ਹੈ ਉਪਕਾਰ। ਪੰਜਾਬੀ ਭਾਸ਼ਾ ਤੋਂ ਆਪਣੀ ਰੋਜੀ ਰੋਟੀ ਕਮਾਉਣ ਵਾਲੇ ਕਈ ਨਾਸ਼ੁਕਰੇ ਲੋਕ ਪੰਜਾਬੀ ਦਾ ਅਹਿਸਾਨ ਨਹੀਂ ਮੰਨਦੇ। ਅੱਗੇ ਹੈ ਅੰਗੜਾਈ। ਅੰਗੜਾਈ ਦਾ ਅਰਥ ਹੈ ਤਬਦੀਲੀ ਹੋਣਾ ਜਾਂ ਕਰਵਟ ਲੈਣਾ। ਜਦ ਕੁਲਵੰਤ ਸਿੰਘ ਰਫੀਕ ਨੇ ਪੰਜਾਬੀ ਵਿੱਚ ਕਵਿਤਾ ਲਿਖਣੀ ਆਰੰਭ ਕੀਤੀ ਤਾਂ ਉਸ ਦੇ ਜੀਵਨ ਨੇ ਇੱਕ ਅੰਗੜਾਈ ਲਈ। ਅੱਗੇ ਹੈ ਫਰਮਾਨ। ਫਰਮਾਨ ਦਾ ਅਰਥ ਹੈ ਹੁਕਮ ਜਾਂ ਆਦੇਸ਼। ਪੰਜਾਬੀ ਦੇ ਵਿਕਾਸ ਲਈ ਸਰਕਾਰੀ ਫਰਮਾਨ ਜਾਰੀ ਹੋਣਾ ਚਾਹੀਦਾ ਹੈ। ਅੱਗੇ ਹੈ ਸ਼ੁਕਰਾਨ। ਸ਼ੁਕਰਾਨ ਦਾ ਭਾਵ ਹੈ ਧੰਨਵਾਦ। ਭਗਤਾਂ ਨੇ ਵੀ ਪੰਜਾਬੀ ਦਾ ਸ਼ੁਕਰਾਨ ਕੀਤਾ ਹੈ। ਅੱਗੇ ਹੈ ਲਹਿਰਾਂ। ਲਹਿਰਾਂ ਭਾਵ ਤਰੰਗਾਂ। ਪੰਜਾਬੀ ਪੰਜ ਦਰਿਆਵਾਂ ਦੀਆਂ ਲਹਿਰਾਂ ਦੀ ਹਾਣੀ ਹੈ। ਅੱਗੇ ਹੈ ਬੋਲੀ। ਬੋਲੀ ਭਾਵ ਭਾਸ਼ਾ। ਪੰਜਾਬੀ ਬੋਲੀ ਸਾਡੀ ਮਾਂ ਬੋਲੀ ਹੈ। ਅੱਗੇ ਹੈ ਜ਼ਰਾ ਜ਼ਰਾ। ਜ਼ਰਾ ਜ਼ਰਾ ਭਾਵ ਲੂੰ ਲੂੰ।
कवि चाहुंदा है कि जर्रा जर्रा एक कह उठे कि सानू पंजाबी दा मान है। अगे है सन्मान। सन्मान भाव आदर जां इज्जत। सानू अपनी माँ बोली पंजाबी दा सन्मान करना चाहिदा है। अगे है किस्साकार। किस्साकार भाव किस्सा लिखण वाले कवि। ਤਾਂ ਪੰਜਾਬੀ ਕਿੱਸਾਕਾਰ ਪੰਜਾਬੀ ਨੂੰ ਆਪਣੇ ਦਿਲ ਦੀ ਰਾਣੀ ਮੰਨਦੇ ਹਨ। ਪਿਆਰੇ ਬੱਚਿਓ, ਇਹ ਸੀ ਸਾਡਾ ਅੱਜ ਦਾ ਸੈਸ਼ਨ, ਜਿਸ ਵਿੱਚ ਅਸੀਂ ਕੁਲਵੰਤ ਸਿੰਘ ਰਫੀਕ ਦੀ ਕਵਿਤਾ ਮਾਣ ਪੰਜਾਬੀ ਦਾ ਬਾਰੇ ਪੜ੍ਹਿਆ। ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਵੇਗਾ ਤੇ ਤੁਸੀਂ ਆਪਣੀ ਪੜ੍ਹਾਈ ਵਿੱਚ ਇਸ ਤੋਂ ਲਾਭ ਉਠਾਓਗੇ। ਜੇਕਰ ਵੀਡੀਓ ਪਸੰਦ ਆਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ। ਜੇ ਅਜੇ ਤੁਸੀਂ ਸਾਡਾ ਚੈਨਲ ਉਮੀਦਸ ਈ ਪੰਜਾਬੀ ਪਾਠਸ਼ਾਲਾ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦੀ ਹੀ ਇਸ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਸਿਲੇਬਸ ਸੰਬੰਧੀ ਹੋਰ ਵੀਡੀਓਜ਼ ਤੁਹਾਨੂੰ ਪ੍ਰਾਪਤ ਹੋ ਸਕਣ। ਥੈਂਕ ਯੂ। ਧੰਨਵਾਦ।